ਦੁਖ ਨਿਕੰਦਨਾ, ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਨ, ਹਿਰਦੈ ਧਿਆਨ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਵਿਸਾਲਾ, ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾਪੁਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਬੰਦੋਂ ਬਾਰ ਬਾਰ ਜਗਦੀਸ਼ਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਗੁਰੂ ਅਮਰਦਾਸ ਜੀ ਦੇ ਦਰਬਾਰ ਅੰਦਰ ਬ੍ਰਹਮ ਗਿਆਨੀ ਸਿੱਖ ਪਰਮਹੰਸ ਸਿੱਖ ਭਾਈ ਪਾਰੋ ਜੁਲਕਾ ਰਹਿੰਦਾ ਹੈ, ਜਿਸ ਦੇ ਦਿਲ ਦੀ ਇਹ ਇੱਛਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਿਲ ਦੀ ਇੱਛਾ ਸੀ ਤੇ ਉਹਨਾਂ ਨੂੰ ਕਿਹਾ, ਮੈਂ ਚਾਹੁੰਦਾ ਤੁਹਾਨੂੰ ਗੁਰਤਾ ਗੱਦੀ ਬਖਸ਼ ਦਿੱਤੀ ਜਾਏ ਤੇ ਤੁਸੀਂ ਸੰਗਤਾਂ ਨੂੰ ਬੰਦਗੀ ਕਰਾਓ, ਨਾਮ ਜਪਾਓ। ਪਰ ਉਹ ਹੱਥ ਜੋੜ ਕੇ ਕਹਿੰਦੇ, ਨਹੀਂ ਸਾਹਿਬ, ਮੈਂ ਤੁਹਾਡਾ ਸਿੱਖ ਹੀ ਰਹਿਣਾ ਚਾਹੁੰਦਾ। ਗੁਰਤਾ ਗੱਦੀ ਤੇ ਵੱਡਿਆਂ ਨੂੰ ਚੰਗੀ ਲੱਗਦੀ ਹੈ, ਗੁਰੂਆਂ ਨੂੰ ਚੰਗੀ ਲੱਗਦੀ ਹੈ, ਸਿੱਖਾਂ ਨੂੰ ਨਹੀਂ। ਫਿਰ ਮਹਾਰਾਜ ਕਹਿੰਦੇ, ਜੇ ਸਿੱਖ ਰਹਿਣਾ ਚਾਹੁੰਦੇ ਹੋ ਫਿਰ ਆਪਣਾ ਸਰੀਰ ਤਿਆਗੋ ਤੇ ਸਾਡੇ ਵਿੱਚ ਇੱਕ ਨਿੱਜੀ ਸਰੂਪ ਦੇ ਵਿੱਚ ਅਭੇਦ ਹੋ ਜਾਈਏ। ਉਹਨਾਂ ਨੇ ਆਪਣੇ ਘਰ ਜਾ ਕੇ ਆਪਣਾ ਸਰੀਰ ਤਿਆਗਣਾ ਕੀਤਾ। ਧਨ ਅਤੇ ਇੱਕ ਉਹਨਾਂ ਦੇ ਕੋਲ ਘੋੜੀ ਹੈ ਤੇ ਕੁਝ ਵਸਤਰ ਹੈ, ਉਹ ਰੱਖ ਕੇ ਬਾਕੀ ਜੋ ਕੁਝ ਵੀ ਘਰ ਵਿੱਚ ਸੀ ਸਾਰਾ ਵੰਡ ਦਿੱਤਾ ਹੈ। ਜਿਹੜੇ ਅਧਿਕਾਰੀ ਪੁਰਸ਼ ਲੱਗੇ ਉਹਨਾਂ ਨੂੰ ਉਹ ਚੀਜ਼ਾਂ ਉਹਨਾਂ ਨੇ ਦੇ ਦਿੱਤੀਆਂ, ਕਿਉਂਕਿ ਸਾਧ ਸੰਗਤ ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਹੈ, ਜਿਸ ਦੇ ਵਿੱਚ ਜਾ ਕੇ ਮਨੁੱਖ ਸ਼ਾਂਤ ਹੋ ਜਾਂਦਾ ਹੈ। ਮਨੁੱਖ ਦੇ ਮਨ ਦੇ ਵਿੱਚ ਬਾਰ-ਬਾਰ ਜਿਹੜੇ ਸੰਕਲਪ ਤੇ ਵਿਕਲਪ ਨਹੀਂ ਉੱਠਦੇ। ਅੱਜ ਇਸ ਸਮੇਂ ਜਦੋਂ ਤਾਈਂ ਮਨੁੱਖ ਇਕਾਗਰ ਨਹੀਂ ਹੋਇਆ, ਉਦੋਂ ਤਾਈਂ ਸੰਕਲਪ ਤੇ ਵਿਕਲਪ ਉੱਠਦੇ ਰਹਿੰਦੇ ਨੇ। ਹੁਣ ਕਈ ਵਾਰੀ ਵੇਖੀਏ, ਮਨੁੱਖ ਇਕਾਗਰ ਹੁੰਦਾ ਹੈ, ਜਿਵੇਂ ਉਹਦੀ ਅੱਖ ਦੇ ਵਿੱਚ ਕੁਝ ਪੈ ਜਾਏ, ਸਾਰੇ ਦਾ ਸਾਰਾ ਧਿਆਨ ਮਨੁੱਖ ਦਾ ਅੱਖ ਤੇ ਆ ਜਾਂਦਾ, ਇਕਾਗਰਤਾ ਆ ਜਾਂਦੀ ਹੈ ਉੱਥੇ ਹੀ। ਜਦੋਂ ਤਾਈਂ ਅੱਖ ਦੇ ਵਿੱਚ ਰੜਕ ਪੈਂਦੀ ਰਹਿੰਦੀ ਹੈ, ਇਕਾਗਰਤਾ ਅੱਖ ਤੇ ਬਣੀ ਰਹਿੰਦੀ ਹੈ। ਜਿਵੇਂ ਉਹ ਠੀਕ ਹੁੰਦੀ ਹੈ, ਫਿਰ ਮਨ ਖਿੰਡ ਜਾਂਦਾ ਹੈ। ਇਵੇਂ ਮਨੁੱਖ ਦੇ ਘਰ ਦੇ ਵਿੱਚ ਕੋਈ ਵੱਡਾ ਦੁੱਖ ਵਾਪਰ ਜਾਏ, ਮਨੁੱਖ ਦੀ ਸਾਰੀ ਇਕਾਗਰਤਾ ਉਹ ਘਰ ਦੇ ਦੁੱਖ ਤੇ ਚਲੀ ਜਾਂਦੀ ਹੈ। ਦਿਨ ਰਾਤ ਉਸੇ ਚਿੰਤਨ ਵਿੱਚ ਤੁਰਿਆ ਰਹਿੰਦਾ ਹੈ, ਦਿਨ ਰਾਤ। ਪਰ ਉਹਨੂੰ ਇਹ ਨਹੀਂ ਪਤਾ, ਜਿਹੜਾ ਇਹ ਚਿੰਤਨ ਕਰ ਰਿਹਾ, ਜਿਹੜੀ ਇਹ ਚਿੰਤਾ ਕਰ ਰਿਹਾ, ਇੱਕ ਦਿਨ ਇਹ ਚਿੰਤਾ ਇਹਦੇ ਸਰੀਰ ਦੇ ਸੁਕਾਉਣ ਦਾ ਕਾਰਨ ਬਣੇਗੀ। ਇਹ ਚਿੰਤਾ ਇੱਕ ਦਿਨ ਸਰੀਰ ਨੂੰ ਖਤਮ ਕਰਨ ਦਾ ਕਾਰਨ ਬਣੇਗੀ। ਪਰ ਮਨੁੱਖ ਨੂੰ ਇਹ ਪਤਾ ਨਹੀਂ।
ਇਵੇਂ ਮਨੁੱਖ ਦਾ ਸਾਰਾ ਦਿਨ ਧਿਆਨ ਵਿਸ਼ਿਆਂ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ। ਸਾਰਾ ਦਿਨ ਧਿਆਨ ਮਾਇਕ ਪਦਾਰਥਾਂ ਵਿੱਚ ਲੱਗਿਆ ਰਹਿੰਦਾ ਹੈ। ਅੱਖਾਂ ਦੇ ਥਾਣੀ ਸੁਰਤ ਖਿੰਡੀ ਰਹਿੰਦੀ ਹੈ। ਪਰ ਮਨੁੱਖ ਨੂੰ ਇਹ ਨਹੀਂ ਪਤਾ ਜਿਹੜੀ ਇਹਦੀ ਇਹ ਸੁਰਤੀ ਖਿੰਡੀ ਹੋਈ ਹੈ, ਖਿਲਰੀ ਹੋਈ ਸੁਰਤੀ ਇੱਕ ਦਿਨ ਇਹਦੇ ਪਤਨ ਦਾ ਕਾਰਨ ਬਣੇਗੀ। ਅਧਿਆਤਮਿਕ ਤੌਰ ਤੇ ਮਨੁੱਖ ਪਰਮਾਤਮਾ ਤੋਂ ਵਿਛੜ ਜਾਏਗਾ। ਸੁਰਤੀ ਖਿੰਡੀ ਇਵੇਂ ਹੈ ਜਿਵੇਂ ਇੱਕ ਦਰਖਤ ਨੂੰ ਡੀਮਕ ਲੱਗਦੀ ਹੈ ਨਾ ਸਾਧ ਸੰਗਤ, ਡੀਮਕ ਜੇ ਜੜ੍ਹਾਂ ਨੂੰ ਲੱਗ ਜਾਏ, ਬਾਹਰੀ ਤੌਰ ਤੇ ਵੇਖਣ ਦੇ ਵਿੱਚ ਦਰੁੱਖ ਹਰਾ ਹੈ, ਪਰ ਇੱਕ ਦਿਨ ਐਸਾ ਆਉਂਦਾ ਹੈ ਮਾੜਾ ਜਿਹਾ ਧੱਕਾ ਦਰਖਤ ਨੂੰ ਵੱਜੇ ਥੱਲੇ ਡਿੱਗ ਜਾਂਦਾ, ਡੀਮਕ ਖੋਖਲਾ ਕਰ ਦਿੰਦੀ ਹੈ ਅੰਦਰੋਂ। ਐਵੇਂ ਜਿਹੜੇ ਵਿਕਾਰ ਨੇ ਮਨੁੱਖ ਦੀ ਸੁਰਤ ਨੂੰ ਖੋਖਲਾ ਕਰ ਦਿੰਦੇ ਨੇ। ਸੁਰਤ ਰੋਜ਼-ਰੋਜ਼ ਖਿੰਡਦੀ ਜਾਂਦੀ ਹੈ। ਇੱਕ ਦਿਨ ਮਾੜਾ ਜਿਹਾ ਵਿਕਾਰਾਂ ਦਾ ਬੁੱਲਾ ਆਉਂਦਾ ਹੈ, ਮਨੁੱਖ ਨਾਲ ਹੀ ਡਿੱਗ ਜਾਂਦਾ ਹੈ। ਕਈ ਵਾਰੀ ਲੋਭ ਦੇ ਉੱਤੇ ਡਿੱਗ ਜਾਂਦਾ ਹੈ, ਚੋਰੀ ਵਿੱਚ ਡਿੱਗ ਜਾਂਦਾ ਹੈ। ਇੱਕਦਮ ਮਨੁੱਖ ਚੋਰ ਨਹੀਂ ਬਣਦਾ ਸਾਧ ਸੰਗਤ, ਬੜੀ ਵਾਰੀ ਬੇਨਤੀ ਕੀਤੀ, ਇੱਕ ਵਾਰੀ ਚੋਰ ਨਹੀਂ ਬਣਦਾ। ਬਾਣੀ ਤੇ ਇਹ ਵੀ ਕਹਿੰਦੇ ਇੱਕੋ ਦਮ ਸਾਧ ਵੀ ਨਹੀਂ ਬਣਦਾ। ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਭ੍ਰਮ ਜਾਂਦਾ ਹੈ, ਰੰਗ ਲੱਗਦਾ ਹੈ। ਰੋਜ਼ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ, ਰੋਜ਼ ਰੰਗ ਲੱਗਦਾ ਹੈ। ਰੋਜ਼ ਕੁਸੰਗਤ ਵਿੱਚ ਜਾਂਦਾ ਹੈ, ਰੋਜ਼ ਕੁਸੰਗਤ ਦਾ ਰੰਗ ਲੱਗਦਾ ਹੈ। ਇੱਕ ਦਿਨ ਕੁਸੰਗਤ ਪਤਨ ਦੇ ਰਾਹ ਤੇ ਲੈ ਜਾਂਦੀ ਹੈ, ਇੱਕ ਦਿਨ ਸਤ ਸੰਗਤ ਵਸਾਉਣ ਦੇ ਰਾਹ ਤੇ ਲੈ ਜਾਂਦੀ ਹੈ। ਜ਼ਿੰਦਗੀ ਖੁਸ਼ਮਈ ਹੋ ਜਾਂਦੀ ਹੈ, ਆਨੰਦਮਈ ਹੋ ਜਾਂਦੀ ਹੈ, ਕਿਉਂਕਿ ਸਤ ਸੰਗਤ ਦੇ ਵਿੱਚ ਬੈਠ ਕੇ ਮਨੁੱਖ ਅੰਦਰ ਉਤਸ਼ਾਹ ਵੱਧਦਾ ਹੈ ਬੰਦਗੀ ਕਰਨ ਦਾ। ਤਾਂ ਹੀ ਤੇ ਸਤ ਸੰਗਤ ਜ਼ਰੂਰੀ ਹੈ। ਸਤ ਸੰਗਤ ਵਿੱਚ ਆ ਕੇ ਮਨੁੱਖ ਦੇ ਅੰਦਰ ਬੰਦਗੀ ਦਾ ਚਾਅ ਵੱਧਦਾ ਹੈ। ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਮੰਜ਼ਿਲਾਂ ਪ੍ਰਾਪਤ ਕੀਤੀਆਂ, ਪ੍ਰਮਾਤਮਾ ਨੂੰ ਮਿਲੇ, ਇਹ ਦੁਨੀਆ ਤੋਂ ਲਾਹਾ ਲੈ ਕੇ ਗਏ, ਉਹਨਾਂ ਦੀਆਂ ਗੁਣਾਂ ਦੀ ਜਦੋਂ ਅਸੀਂ ਵਿਚਾਰ ਕਰਦੇ ਹਾਂ, ਜਿਹਨੂੰ ਬਾਣੀ ਕਹਿੰਦੀ ਜਿਨ੍ਹਾਂ ਨੇ ਲਾਹਾ ਲਿਆ, ਅਗਰ ਉਹਨਾਂ ਦੀਆਂ ਕਹਾਣੀਆਂ ਤੇ ਕਥਾਵਾਂ ਸੁਣਾਂਗੇ, ਆਪਣਾ ਮਨ ਵੀ ਹੋਏਗਾ ਮਨਾ, ਜੇ ਇੰਨੀ ਦੁਨੀਆ ਲਾਹਾ ਲੈ ਗਈ ਹੈ ਤੂੰ ਕਿਉਂ ਨਹੀਂ ਲੈ ਸਕਦਾ। ਮੈਨੂੰ ਭਗਤ ਨਾਮਦੇਵ ਜੀ ਦਾ ਉਹ ਸ਼ਬਦ ਯਾਦ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੇਵਾ ਪਾਹਨ ਤਾਰੀਏ ਲੈ, ਰਾਮ ਕਹਿਤ ਜਨ ਕਸ ਨ ਤਰੇ। ਇਹ ਪ੍ਰਮਾਤਮਾ ਜੀ, ਸੁਣਿਆ ਜਾਂਦਾ ਹੈ ਜਿਹੜੇ ਪੱਥਰਾਂ ਦੇ ਉੱਤੇ ਰੱਬ ਦਾ ਨਾਂ ਲਿਖਿਆ ਜਾਏ ਉਹ ਪੱਥਰ ਤਰ ਜਾਂਦੇ ਨੇ। ਫਿਰ ਰੱਬ ਕਹਿੰਦੇ ਆ ਮਨੁੱਖ ਕਿਉਂ ਨਾ ਤਰਨਗੇ। ਰਾਮ ਕਹਿਤ ਜਨ ਕਸ ਨ ਤਰੇ, ਰਾਮ ਕਹਿੰਦੇ ਆ ਪੱਥਰ ਵਰਗਾ ਮਨ ਕਿਉਂ ਨਾ ਟੁੱਟੇਗਾ। ਗੱਲ ਐਸੀ ਹੈ, ਰੋਜ਼ ਰਾਮ ਕਰਨਾ ਪੈਂਦਾ ਹੈ, ਰੋਜ਼ ਬੰਦਗੀ ਕਰਨੀ ਪੈਂਦੀ ਹੈ, ਔਰ ਬੰਦਗੀ ਕਰਨ ਵਾਲਿਆਂ ਦੀ ਸਤ ਸੰਗਤ ਕਰਨੀ ਪੈਂਦੀ ਹੈ। ਆਓ ਹੁਣ ਜਿਵੇਂ ਅੱਗੇ ਦੀ ਕਥਾ ਚੱਲਦੀ ਹੈ, ਉਹ ਕੱਪੜੇ ਜਿਹੜੇ ਨੇ ਤੇ ਉਹ ਧਨ ਤੇ ਉਹ ਘੋੜੀ ਗੁਰੂ ਅਮਰਦਾਸ ਜੀ ਕਿਹਨੂੰ ਦਿੰਦੇ ਨੇ, ਉਹਦੇ ਬਾਰੇ ਆਓ ਵਿਚਾਰ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਸਿੱਖਨ ਕੋ ਮੋਹ ਮਹਾਨਾ, ਸਿਮਰਹਿ ਪਾਰੋ ਕੇ ਗੁਣ ਨਾਨਾ। ਸਾਰੇ ਜਣੇ ਨੇ ਜਿਹੜੇ ਸਿੱਖ, ਡੱਲੇ ਤੋਂ ਇੱਕ ਮਨੁੱਖ ਚੱਲ ਕੇ ਆਇਆ, ਗੁਰੂ ਜੀ ਨੂੰ ਇਨਫੋਰਮੇਸ਼ਨ ਦਿੱਤੀ, ਮਹਾਰਾਜ ਤੁਹਾਡਾ ਪਰਮ ਸਿੱਖ ਉਹ ਚੜ੍ਹਾਈ ਕਰ ਗਿਆ ਹੈ। ਜਿੰਨੇ ਵੀ ਸੰਗਤ ਉੱਥੇ ਬੈਠੀ ਹੈ, ਉੱਥੇ ਬੈਠੀ ਗੱਲਾਂ ਕਰਦੀ ਹੈ, ਸਾਰੇ ਜਿੰਨੇ ਸਿੱਖ ਨੇ ਉਹਨਾਂ ਦਾ ਮੋਹ ਹੈ ਉਹਨਾਂ ਨਾਲ। ਮੋਹ ਕਿਉਂ ਹੈ? ਕਿਉਂਕਿ ਉਹਨਾਂ ਦੇ ਗੁਣ ਬੜੇ ਵੱਡੇ ਨੇ, ਤੇ ਸਾਰੇ ਜਣੇ ਬੈਠ ਕੇ ਉਹਨਾਂ ਦੇ ਗੁਣ ਗਾਣ ਕਰ ਰਹੇ ਹਨ। ਮਿਤਰਲ ਸਰਦਤਾ ਮੁਦਤਾ ਮੈਤਰੀ, ਬੜ ਜੋਦਾ ਮਨ ਸ਼ਤਰੂ ਜੈਤਰੀ। ਉਹਨਾਂ ਦੇ ਗੁਣ ਕਿਹੜੇ ਕਿਹੜੇ ਦੱਸਦੇ ਨੇ? ਕਹਿੰਦੇ ਬੜੇ ਕੋਮਲ ਸਨ, ਬੜੇ ਸੁਲਝੇ ਹੋਏ ਸਨ, ਬੜਾ ਪ੍ਰਸੰਨ ਰਹਿੰਦੇ ਸਨ, ਹਮੇਸ਼ਾ ਮਿੱਤਰਤਾ ਦੀ ਭਾਵਨਾ ਸੀ, ਆਪਣੇ ਮਨ ਦੇ ਵੈਰੀਆਂ ਨੂੰ ਜਿੱਤਿਆ ਹੋਇਆ ਸੀ। ਸਾਧ ਸੰਗਤ ਕਰਮਾਂ ਵਾਲਾ ਮਨੁੱਖ ਹੁੰਦਾ ਹੈ ਜਿਹਦੇ ਦੁਨੀਆ ਤੇ ਜਾਣ ਤੇ ਲੋਕਾਂ ਨੂੰ ਦੁੱਖ ਲੱਗਦਾ ਹੈ, ਜਿਹਦੇ ਜਾਣ ਤੇ ਲੋਕ ਕਹਿੰਦੇ ਨੇ
ਇਹ ਤੇ 10 साल होर जिंदा ते बड़े लोगों का भला इन्हें करना सी। बड़े घट लोग अज दे समय च ने जिन्हां दे जाण ते कल्ले परिवार दे नहीं, पूरे समाज नूं दुख लगदा है। पूरा समाज कहता है चंगा नहीं होया, क्यों गुण बड़े सन, कदे किसी नाल माड़ा नहीं बोले, प्रसन्नता विच रहिंदे सन, संतोखी सन, कोमल सुभाअ सी। पर बड़ी वारी साध संगत मनुख ऐसे ने जिन्हां वास्ते दुनिया दे विच लोकां नाल छल कपट करदे ने, करदे अपणियां वास्ते ने। वो अपने ते कुछ कहंदे ही कहंदे ने, नाल लोकी उत्थे बैठे गल्लां करी जांदे ने, ठीक होया चलदा गया। बाणी कहंदी है कदे जिंदगी च ऐसा काम करके ना दुनिया तो जाई, जाना सारिਆਂ नहीं है, घट्टो घट ऐसा तो करके जाई लोकी कहण भाई कदे धर्मां दी लड़ाई नहीं, हमेशा हरेक नूं ठंडे करन दी गल करदा सी। कदे लड़िया नहीं किसे नाल, किसे दे परिवार नाल नहीं लड़िया, किसे दी निंदा चुगली नहीं कीती। हमेशा प्रसन्नता दीयां गल्लां, हमेशा अगले नूं तरवास देना, ठंड पाउण दीयां गल्लां। जे ऐसियां गल्लां करके मनुख दुनिया चों जांदे हन, सारे लोग उन्हां दा सत्कार करदे हन अते उन्हां दे जाण ते लोकां नूं दुख पहुंचदा है। तरवर संसर परोपकारी, सहनशील और धीरज धारी। होर गुण दसदे ने, कहंदे जिवें रुख हुंदा है ना, तरवर जिवें परोपकारी सन भाई पारो जी। साध संगत जिवें दरख्त हुंदा है ना, दरख्त नूं वट्टा मारीए, वट्टा मारिया भी दरख्त उत्तों फल डिगदा है। ऐसा दरख्त का सुभाअ ऐसा है, दरख्त नूं बार बार वट्टा मारिया जाता फिर भी सुभाअ, भाव परोपकारी बिरती हुंदी है दरख्त दी। जिहड़े परमात्मा का नाम लैंदे ने उन्हां दी बिरती भी परोपकारी हुंदी है। जिहड़े संत लोग हुंदे ने अपना सुभाअ नहीं छड्डदे। बाणी दे विच महाराज भी कहंदे ने, कहंदे संत अपनी संत ही नहीं छड्डदा, भावें उन्हूं कोटक संत मिलन, भावें करोड़ां ही संत लोग मिल जाण। याद आउंदी है गाथा, एक बारी एक संत बड़े कोमल सुभाअ वाला समुंदर दे कंढे खड़ा है, कंढे ते खड़ा ते एक बिच्छू पानी विच डुबदा पिया है। उन्हें चुक के अपने हाथ ते रखिया। हुण जैसा बिच्छू का सुभाअ है, बार बार डंग मारदा है, खून निकल ही जाता है। नाल खड़े कहंदे ने तू सुट क्यों नहीं दिंदा? वो कहंदा भाई ये अपना सुभाअ नहीं छड्डदा पिया, मैं अपना क्यों छड्डां? ਇਹਦਾ ਸੁਭਾਅ लोगों ਨੂੰ डंग मारना है, मेरा ਸੁਭਾਅ डुबदिਆਂ ਨੂੰ बचाउणा है, मैं ਇਹਨੂੰ बचाउणा ही बचाउणा है, भावें ये मेरी जान ही क्यों ना ले ले। साध संगत ये ਸੁਭਾਅ ਹੁੰਦਾ है परोपकारी बिरती। जिवें गुरु नानक साहब महाराज गए ना, गुरु नानक साहब महाराज नूं बड़ा मंदा भला लोकां आखिया, जदों घरों निकले जांदे ने उदासियां ते, ईवन के साध संगत लोकी वट्टे लैके भी महाराज दे पिछे लग जांदे सी। भाई मरदाना जी एक दिन परेशान होए, कहंदे साहब असीं दुनिया दा भला करदे हां, दुनिया नूं शुभ गुणां नाल भरपूर कर रहे हां, लोकी सानूं वट्टे मारदे ने, असीं इन्हां तों की लैणा है? आपां अपने घर बैठीए, आपां इन्हां तों कोई माया थोड़ी ना इकट्ठी करनी, आपां बंदगी करनी है। बाबा मैं रवाब वजावांगा, तू शब्द गाई, आपां दोवें बैठ के गावां करांगे। कहंदे मरदानिया ये भोले लोग ने, ना समझ ने, ये बेसमझ ने, इन्हां नूं पता नहीं, असीं इन्हां नूं समझ ही ते देनी है। कोई गल नहीं, बेसमझां नूं समझ देना ही परोपकार हुंदा है। समझदारां नूं ते समझा दुनिया लैंदी है, जिहड़े बेसमझ हुंदे ने उन्हां नूं समझाउणा परोपकार ते इहदे विच ही है। साध संगत कई वारी वेखिया जांदा है, कोई नशे विच होए ना, शराब विच होए, लोकी उहनूं दूर सुੱਟਦੇ ने, जा इत्थों, पर नहीं, ਉਹਨੂੰ दूर क्यों सुੱਟਦਾ? ਉਹਨੂੰ नेड़े ला, ਉਹਨੂੰ समझा, यही तो परोपकार है। ਜਿਹਦੇ ਕੋਲ ਸਾਰੇ ਗੁਣ ਨੇ ਉਹਨੂੰ ਤੇ ਦੁਨੀਆ ਸਮਝਾ ਲਏਗੀ, ਜਿਹਦੇ ਕੋਲ ਗੁਣ ਕੋਈ ਨਹੀਂ, ਇਹਨੂੰ ਕਹਿੰਦੇ ਨੇ ਸਾਧ ਸੰਗਤ ਵੱਟੇ ਖਾ ਕੇ ਵੀ ਦੁਨੀਆ ਦਾ ਭਲਾ ਕਰਨਾ, ਇਹਨੂੰ ਪਰਉਪਕਾਰੀ ਬਿਰਤੀ ਕਹਿੰਦੇ ਨੇ। ਹੁਣ ਸਾਰੇ ਜਣੇ ਜਦੋਂ ਭਾਈ ਪਾਰੋ ਜੀ ਦੁਨੀਆ ਤੋਂ ਗਏ, ਕਹਿੰਦੇ ਬੜੇ ਪਰਉਪਕਾਰੀ ਬਿਰਤੀ ਵਾਲੇ ਸਨ, ਦਰਖਤ ਦੇ ਜਿਵੇਂ ਸੁਭਾਅ ਸੀ, ਹਮੇਸ਼ਾ ਸਹਿਨਸ਼ੀਲ ਸਨ, ਧੀਰਜ ਰੱਖਦੇ ਸੀ ਹਿਰਦੇ ਵਿੱਚ। ਸਾਧ ਸੰਗਤ ਧੀਰਜਤਾ ਦਾ ਜਿਹੜਾ ਗੁਣ ਹੈ ਸਭ ਤੋਂ ਵੱਡਾ ਹੈ। ਜਿਹੜੇ ਮਨੁੱਖ ਨੂੰ ਧੀਰਜ ਮਿਲ ਗਿਆ ਨਾ,
ਉਹਨੂੰ ਦੁਨੀਆ ਦਾ ਸਭ ਕੁਝ ਮਿਲ ਗਿਆ। ਜਿਹਦੇ ਕੋਲ ਧੀਰਜ ਨਹੀਂ ਨਾ ਹੈ ਉਹਦੇ ਕੋਲ ਕੁਝ ਵੀ ਨਹੀਂ ਹੈ। ਧੀਰਜ ਸਾਧ ਸੰਗਤ ਐਸਾ ਵਿਮਾਨ ਹੈ ਜਿਹਦੇ ਉੱਤੇ ਚੜ੍ਹਿਆ ਮਨੁੱਖ ਕਦੇ ਥੱਲੇ ਨਹੀਂ ਡਿੱਗਦਾ। ਆਮ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ, ਕਿਸੇ ਨੇ ਕਿਸੇ ਨਾਲ ਮਾੜਾ ਵੀ ਕਰਨਾ ਨਾ, ਪੁਰਾਣਿਆਂ ਬਜ਼ੁਰਗਾਂ ਨੇ ਕਹਿਣਾ ਤੂੰ ਹੌਸਲਾ ਰੱਖ, ਸਬਰ ਰੱਖ, ਸਬਰ ਦੇ ਬੇੜੇ ਪਾਰ ਨੇ। ਜਿਵੇਂ ਜਿਵੇਂ ਜਿੰਨਾ ਮਨੁੱਖ ਸਬਰ ਵਾਲਾ ਹੋ ਜਾਏਗਾ, ਸਾਧ ਸੰਗਤ ਉੱਡਾ ਹੀ ਵੱਡਾ ਮਹਾਨ ਹੋ ਜਾਏਗਾ ਤੇ ਉਨਾ ਹੀ ਸੁਖੀ ਹੋ ਜਾਏਗਾ। ਅੱਜ ਦੇ ਸਮੇਂ ਦੇ ਵਿੱਚ ਮਨੁੱਖ ਦੀ ਧੀਰਜਤਾ ਦੀ ਕਮੀ ਹੈ। ਜਿਵੇਂ ਜਿਵੇਂ ਮਨੁੱਖ ਧੀਰਜਵਾਨ ਬਣੀ ਜਾਂਦਾ ਹੈ ਉਵੇਂ ਉਵੇਂ ਉਸ ਦੀ ਜ਼ਿੰਦਗੀ ਵਿੱਚ ਆਨੰਦ, ਸ਼ਾਂਤੀ, ਇਹ ਸਾਰੇ ਹੀ ਗੁਣ ਆ ਜਾਂਦੇ ਹਨ। ਸਤਿਗੁਰ ਸਿੱਖਨ ਕੋ ਸਮਝਾਇਬ, ਇਹ ਆਨੰਦ ਕੇ ਸਿੰਧ ਸਮਾਇਬ। ਮਹਾਰਾਜ ਸਿੱਖਾਂ ਨੂੰ ਕਹਿੰਦੇ ਵਿਲਾਪ ਨਾ ਕਰੋ, ਉਹ ਤੇ ਆਨੰਦ ਦੇ ਸਮੁੰਦਰ ਵਿੱਚ ਸਮਾ ਗਏ ਨੇ। ਸੰਤ ਮੋਏ ਕਿਆ ਰੋਹੀਐ, ਜੋ ਆਪਣੇ ਗ੍ਰਹਿ ਜਾਏ, ਰੋਵ ਉਹ ਸਾਕਤ ਬਾਪੁਰੇ, ਜੋ ਹਾਟੇ ਹਾਟ ਵਿਕਾਏ। ਕਹਿੰਦੇ ਕਦੇ ਵੀ ਕੋਈ ਸੰਤ ਜਾਏ ਨਾ ਦੁਨੀਆ ਤੋਂ ਰੋਣਾ ਨਹੀਂ ਚਾਹੀਦਾ, ਜਿਹੜੇ ਚੰਗੇ ਗੁਣ ਕੀਤੇ ਹੋਣ। ਹਾਂ ਕਹਿੰਦੇ ਰੋਣਾ ਹੀ ਹੈ ਤੇ ਉਹਨੂੰ ਰੋਵੋ ਜਿਹੜਾ ਜ਼ਿੰਦਗੀ ਦੇ ਵਿੱਚ ਨਾਮ ਹੀ ਨਹੀਂ ਜਪੇਗਾ, ਉਹਨੂੰ ਰੋਣਾ ਚਾਹੀਦਾ ਹੈ। ਕਈ ਵਾਰੀ ਕਿਸੇ ਦੀ ਰਸਮ ਪਗੜੀ ਤੇ ਜਾਂ ਕਿਤੇ ਇੱਥੇ ਜਾਈਏ ਨਾ ਭੋਗ ਤੇ, ਮੈਂ ਅਕਸਰ ਇੱਕ ਬੇਨਤੀ ਕਰਦਾ ਸਾਧ ਸੰਗਤ ਵੀ ਭਾਈ ਜੇ ਤੇ ਤੁਸੀਂ ਇਹ ਸਮਝਦੇ ਹੋ ਵੀ ਇਹ ਜਿਹੜਾ ਜੀਵ ਹੈ ਇਹਨੇ ਜ਼ਿੰਦਗੀ 'ਚ ਕਦੇ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਫਿਰ ਤੇ ਸਾਰੇ ਰੋਵੋ। ਜੇ ਸਮਝਦੇ ਹੋ ਇਹ ਜੀਵ ਕੋਈ ਜ਼ਿੰਦਗੀ ਦੇ ਵਿੱਚ ਚੰਗਾ ਕੰਮ ਕਰਕੇ ਗਿਆ, ਫਿਰ ਰੋਵੋ ਨਾ। ਗੁਰਬਾਣੀ ਕਹਿੰਦੀ ਹੈ ਫਿਰ ਆਪਣੇ ਚੰਗੇ ਟਿਕਾਣੇ ਤੇ ਪਹੁੰਚ ਗਿਆ। ਤੁਸੀਂ ਰੋ ਕੇ ਇਹ ਦਰਸਾ ਰਹੇ ਹੋ ਇਹ ਨਰਕਾਂ ਦਾ ਭਾਗੀ ਬਣਿਆ, ਰੋ ਕੇ ਦਰਸਾ ਰਹੇ ਹੋ। ਜੇ ਕਿਸੇ ਦੇ ਜਾਣ ਤੇ ਰੋਇਆ ਜਾ ਰਿਹਾ ਹੈ ਮਤਲਬ ਇਹ ਦਰਸਾਇਆ ਜਾ ਰਿਹਾ ਹੈ, ਠੀਕ ਹੈ, ਮਨੁੱਖ ਦਾ ਮੋਹ ਹੁੰਦਾ ਹੈ। ਪਰ ਸਾਧ ਸੰਗਤ ਮਹਾਰਾਜ ਕਹਿੰਦੇ ਨੇ ਸੰਤ ਜਦੋਂ ਜਾਂਦੇ ਨੇ ਰੋਣਾ ਨਹੀਂ ਚਾਹੀਦਾ। ਕਿਉਂ? ਉਹ ਆਨੰਦ ਦੇ ਸਮੁੰਦਰ ਦੇ ਵਿੱਚ ਸਮਾ ਜਾਂਦੇ ਹਨ। ਅਸ ਨਰ ਹੋਤ ਨਾ ਸੋਚਣ ਜੋਗ, ਬ੍ਰਹਮ ਗਿਆਨ ਸੋ ਜਿਨ ਕੋ ਜੋਗ। ਮਹਾਰਾਜ ਕਹਿੰਦੇ ਐਸੇ ਮਨੁੱਖਾਂ ਬਾਰੇ ਵਿਚਾਰ ਹੀ ਨਹੀਂ ਕੀਤੀ ਜਾ ਸਕਦੀ, ਉਹਨਾਂ ਦੇ ਗੁਣ ਕਿੰਨੇ ਨੇ। ਸਾਧ ਸੰਗਤ ਇੱਕ ਤੇ ਉਹ ਨੇ ਜਿਨ੍ਹਾਂ ਦੇ ਗੁਣ ਹੱਥਾਂ ਤੇ ਗਿਣੇ ਜਾ ਸਕਦੇ ਨੇ, ਇੱਕ ਉਹ ਨੇ ਜਿਨ੍ਹਾਂ ਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ। ਗੁਣ ਹੈ ਕਿੰਨੇ ਨੇ। ਕਹਿੰਦੇ ਇਸ ਕਰਕੇ ਇਹਨਾਂ ਮਨੁੱਖਾਂ ਦੇ ਵਿਚਾਰ ਨਹੀਂ ਹੋ ਸਕਦੀ, ਇਹਨਾਂ ਦੇ ਵਿੱਚ ਅਸੰਖਾ ਹੀ ਗੁਣ ਹੋਇਆ ਕਰਦੇ ਹਨ। ਜਿਨਹੁ ਜਨਮ ਵਿਸਿਯਨ ਲਗ ਹਾਰਾ, ਜਥਾ ਜੂਪ ਮੈਂ ਦਰਬ ਉਧਾਰਾ। ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਵਾਇਆ, ਜੀਭ ਦੇ ਸਵਾਦ ਵਿੱਚ ਹੀ ਗਵਾ ਦਿੱਤਾ, ਅੱਖਾਂ ਦੇ ਨਾਲ ਦ੍ਰਿਸ਼ ਵੇਖਣ 'ਚ ਹੀ ਗਵਾ ਦਿੱਤਾ, ਕੰਨਾਂ ਦੇ ਨਾਲ ਨਿੰਦਿਆ ਸੁਣਨ 'ਚ ਹੀ ਗਵਾ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਮਨੁੱਖ ਨੇ ਜਿਵੇਂ ਚੱਲੇ ਜਵਾਰੀ ਦੋਏ ਕਰ ਝਾੜ। ਜਿਵੇਂ ਜਵਾਰੀ ਧਨ ਲੈ ਕੇ ਆਉਂਦੇ ਨੇ ਨਾ, ਜਦੋਂ ਹਾਰ ਜਾਂਦੇ ਨੇ ਤੇ ਦੋਵੇਂ ਹੱਥ ਝਾੜ ਕੇ ਤੇ ਘਰ ਨੂੰ ਚੱਲ ਪੈਂਦੇ ਨੇ। ਇੱਕ ਉਹ ਮਨੁੱਖ ਨੇ ਸਾਧ ਸੰਗਤ ਜਿਹੜੇ ਦੁਨੀਆ ਤੇ ਆਉਂਦੇ ਨੇ ਪਰਮਾਤਮਾ ਦੇ ਘਰੋਂ ਲੁੱਟ ਕੇ ਲੈ ਜਾਂਦੇ ਨੇ। ਇੱਕ ਉਹ ਲੋਕ ਨੇ ਜਿਹੜੇ ਲੁਟਾ ਕੇ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਵੋਗੇ ਜਬ ਪ੍ਰਾਣ ਜਾਏਂਗੇ ਛੂਟ। ਇੱਕ ਉਹ ਲੋਕ ਨੇ ਜਿਹੜੇ ਰੱਬ ਦੀ ਬੰਦਗੀ ਕਰਕੇ ਰੱਬ ਦੇ ਘਰੋਂ ਲੁੱਟ ਕੇ ਲੈ ਜਾਂਦੇ ਨੇ। ਬਾਣੀ ਕਹਿੰਦੀ ਇੱਕ ਉਹ ਲੋਕ ਨੇ ਜਿਹੜੇ ਲੁਟਾ ਕੇ ਜਾਂਦੇ ਨੇ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਣੇ ਹੱਥ ਕਿਉਂ? ਕਿਉਂਕਿ ਇਹਦੇ ਹੱਥ ਵਿੱਚ ਸੀ, ਸਤ ਸੰਗਤ ਵਿੱਚ ਬਹਿ ਸਕਦਾ ਸੀ। ਹੱਥ ਵਿੱਚ ਨਾ ਹੁੰਦਾ ਤੇ ਗੱਲ ਵੱਖਰੀ ਸੀ, ਸੁਣ ਸਕਦਾ ਸੀ ਰੱਬ ਦੀ ਬਾਣੀ, ਇਹ ਰਸਨਾ ਦੇ ਦੁਆਰਾ ਗਾ ਸਕਦਾ ਸੀ। ਪਰ ਆਪਣੇ ਹੱਥੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ। ਬਾਣੀ ਕਹਿੰਦੀ ਸਾਰਾ ਕੁਝ ਹੀ ਗਵਾ ਕੇ ਚਲਾ ਜਾਂਦਾ ਹੈ। ਨਹਿ ਗੁਰ ਸ਼ਬਦ ਜਿਨਹੁ ਕਬ ਸੁਣਿਓ, ਸਤ ਸੰਗਤ ਸਤ ਨਾਮ ਨ ਭਨਿਓ। ਜਿਨ੍ਹਾਂ ਮਨੁੱਖਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਗੁਰੂ ਦੇ ਸ਼ਬਦ ਨੂੰ ਨਹੀਂ ਸੁਣਿਆ, ਸੁਣਨ ਦਾ ਮਤਲਬ ਸਾਧ ਸੰਗਤ ਵਿਚਾਰਨਾ ਹੈ ਇੱਥੇ। ਜਿਨ੍ਹਾਂ ਕਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਗੁਰੂ ਕਹਿ ਕੀ ਰਿਹਾ ਹੈ, ਇਹਨਾਂ ਗੱਲਾਂ ਦੇ ਨਤੀਜੇ ਕੀ ਨਿਕਲਣਗੇ। ਕਿਉਂਕਿ ਸਾਧ ਸੰਗਤ ਕਈ ਵਾਰੀ ਨਾ
ਮਨੁੱਖ ਕਈਆਂ ਦੀ ਗੱਲ ਨੂੰ ਐਜ਼ ਏ ਹੋਲ ਲੈਂਦੇ ਨੇ ਵੀ ਚਲੋ ਠੀਕ ਹੈ, ਕੋਈ ਨਹੀਂ, ਇਹ ਤਾਂ ਹੈਗਾ ਹੀ ਹੈ। ਕਈ ਵਾਰੀ ਮਨੁੱਖ ਉਸ ਗੱਲ ਨੂੰ ਸੀਰੀਅਸ ਲੈਂਦਾ ਜਿਹੜੀ ਉਹਦੀ ਰੁਚੀ ਦੇ ਮੁਤਾਬਕ ਕੋਈ ਨਹੀਂ ਲੈਂਦਾ। ਅਸਲ 'ਚ ਮਨੁੱਖ ਸੀਰੀਅਸ ਹੀ ਉਹਨੂੰ ਲਏਗਾ ਜਿਹੜੇ ਲੱਗਦਾ ਵੀ ਇਹਦੇ ਕੰਮ ਦੀ ਹੈ। ਧਨ ਦੀ ਗੱਲ ਚੱਲਦੀ ਹੋਏ ਮਨੁੱਖ ਦੀਆਂ ਸਾਰੀਆਂ ਖਿੰਡੀਆਂ ਬਿਰਤੀਆਂ ਖਲੋ ਜਾਂਦੀਆਂ ਨੇ ਜਦੋਂ ਵੀ ਗੱਲ 'ਚ, ਕਿਉਂਕਿ ਰੁਚੀ ਹੈ, ਹਰੇਕ ਮਨੁੱਖ ਦੀ ਰੁਚੀ ਹੈ। ਮਾਇਕ ਪਦਾਰਥਾਂ ਦੀ ਗੱਲ ਚੱਲਦੀ ਹੋਏ ਨਾ, ਰੁਚੀ ਹੈ ਮਨੁੱਖ ਦੀ, ਜਿੱਥੇ ਮਰਜ਼ੀ ਬਿਰਤੀ ਖਿੰਡੀ ਹੋਏ ਇੱਕ ਥਾਂ ਇਕਾਗਰ ਹੋ ਜਾਂਦੀ ਹੈ। ਜਦੋਂ ਪ੍ਰਮਾਤਮਾ ਦੀ ਗੱਲ ਚੱਲਦੀ ਹੈ, ਬੰਦਗੀ ਆਪ ਵੇਖਣਾ, ਜਦੋਂ ਮਨੁੱਖ ਗੁਟਕਾ ਸਾਹਿਬ ਤੋਂ ਬਾਣੀ ਪੜ੍ਹਦਾ ਮਨ ਪਤਾ ਨਹੀਂ ਕਿੱਥੇ ਭੱਜ ਜਾਂਦਾ ਹੈ। ਕਾਰਨ ਕੀ ਹੈ? ਮਨੁੱਖ ਨੂੰ ਹਜੇ ਰੁਚੀ ਨਹੀਂ ਹੈ ਉਹਦੇ ਵਿੱਚ। ਬਾਣੀ ਕਹਿੰਦੀ ਜਦੋਂ ਤਾਈਂ ਸ਼ਬਦ ਨਹੀਂ ਸੁਣਿਆ, ਸ਼ਬਦ ਦੇ ਵਿੱਚ ਰੁਚੀ ਨਹੀਂ ਲੱਗੀ, ਤੇ ਜਿਨ੍ਹਾਂ ਨੇ ਕਦੀ ਸਤ ਸੰਗਤ ਵਿੱਚ ਆ ਕੇ ਸਤਨਾਮ ਦੀ ਵਿਚਾਰ ਨਹੀਂ ਕੀਤੀ, ਸਤਨਾਮ ਜਪਿਆ ਨਹੀਂ ਹੈ। ਸੇ ਸੋਚਨ ਕੇ ਜੋਗ ਸਬਨ ਕੇ, ਜੋ ਤਤ ਪਰ ਨਹਿ ਗੁਰੂ ਜਜਨ ਕੇ। ਮਹਾਰਾਜ ਕਹਿੰਦੇ ਨੇ ਉਹਨਾਂ ਲੋਕਾਂ ਬਾਰੇ ਸੋਚਿਆ ਜਾਣਾ ਚਾਹੀਦਾ ਹੈ, ਉਹਨਾਂ ਬਾਰੇ ਵਿਚਾਰਿਆ ਜਾਣਾ ਚਾਹੀਦਾ, ਇਹਨਾਂ ਕੀ ਗਵਾਇਆ। ਸਾਧ ਸੰਗਤ ਦੋ ਚੀਜ਼ਾਂ ਨੇ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸੀਰੀਅਸ ਤਾਂ ਨਹੀਂ ਹੈ, ਇਹਦਾ ਕਾਰਨ ਹੈ ਇਹਨੂੰ ਨਾ ਤੇ ਅੱਗਾ ਪਤਾ ਹੈ ਨਾ ਪਿੱਛਾ ਪਤਾ ਹੈ। ਮਨੁੱਖ ਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ, ਜਾਂ ਤੇ ਅੱਗਾ ਪਤਾ ਲੱਗ ਜਾਏ ਅੱਗੇ ਕਿੱਥੇ ਜਾਣਾ ਹੈ, ਜਾਂ ਪਿੱਛੋਂ ਪਤਾ ਲੱਗ ਜਾਏ ਕਿੱਥੋਂ ਆਇਆ। ਗੁਰਬਾਣੀ ਦੋਵੇਂ ਦੱਸਦੀ ਹੈ, ਮਨੁੱਖ ਦਾ ਅੱਗਾ ਵੀ ਦੱਸਦੀ ਹੈ ਤੂੰ ਕਿੱਥੇ ਜਾਣਾ ਹੈ, ਦੋਵੇਂ ਰਾਹ ਦੱਸੇ ਨੇ ਬਾਣੀ ਨੇ ਅਗਲੇ ਬੰਨੇ। ਪਿਛਲਾ ਵੀ ਦੱਸਿਆ ਕਿੱਥੇ ਜਾ ਕਿੱਥੋਂ ਆਇਆ ਹੈ, ਪਿੱਛੋਂ ਤੇ ਇਹ ਦੱਸਦੀ ਹੈ ਬਾਣੀ ਵੀ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਬੜੇ ਸਮਾਂ ਤੋਂ ਬਾਅਦ ਤੂੰ ਹਾਥੀਆਂ ਦੀਆਂ, ਘੋੜਿਆਂ ਦੀਆਂ, ਜਾਨਵਰਾਂ ਦੀ ਦੁਨੀਆ ਚੋਂ ਨਿਕਲ ਕੇ ਆਹ ਸਰੀਰ ਮਿਲਿਆ ਜਿਹੜੇ 'ਚ ਹੁਣ ਬੈਠੇ ਆ। ਸਰੀਰ ਦੇ ਵਿੱਚ ਅਸੀਂ ਬੈਠੇ ਆ, ਅਸੀਂ ਸਰੀਰ ਨਹੀਂ ਆ। ਜਿੰਨੇ ਪ੍ਰਾਣੀ ਇੱਥੇ ਬੈਠੇ ਨੇ ਧਰਤੀ ਦੇ, ਇਹ ਸਰੀਰਾਂ ਦੇ ਵਿੱਚ ਬੈਠੇ ਨੇ, ਸਰੀਰ ਨਹੀਂ ਹਨ। ਸਰੀਰਾਂ ਨੂੰ ਚਲਾਉਣ ਵਾਲੀ ਜੀਵ ਆਤਮਾ ਹੈ, ਅੰਦਰ ਬੈਠੀ ਹੈ, ਅੰਦਰ ਹੀ ਆਤਮ ਹੈ, ਸਰੀਰ ਨਹੀਂ ਹੈ। ਮਨੁੱਖ ਸਰੀਰਾਂ ਦੇ ਵਿੱਚ ਮਿਲਿਆ ਹੈ ਸਰੀਰ। ਇਹ ਸਰੀਰ ਤੇ ਇੱਕ ਘੋੜਾ ਹੈ, ਇਹਨੂੰ ਚਲਾਉਣ ਵਾਲਾ ਤੇ ਕੋਈ ਹੋਰ ਹੈ। ਜਿਵੇਂ ਅਸੀਂ ਕਹਿੰਦੇ ਆ ਨਾ ਮੇਰੇ ਸੱਟ ਵੱਜੀ ਹੈ, ਇਹ ਮੇਰਾ ਕੌਣ ਹੈ? ਹੁਣ ਆਪਾਂ ਆਹ ਕਹਿੰਦੇ ਮੇਰੇ ਸੱਟ ਵੱਜੀ ਹੈ, ਇੱਥੇ ਮੇਰੇ ਦਾ ਮਤਲਬ ਜਿਹੜਾ ਇਹ ਮੇਰਾ ਕਹਿ ਰਿਹਾ ਇਹ ਅਵੱਖ ਹੈ। ਸੱਟ ਸਰੀਰ ਤੇ ਵੱਜੀ ਹੈ, ਮੇਰੇ ਤੇ ਸੱਟ ਵੱਜਦੀ ਨਹੀਂ। ਮੇਰੇ ਤੇ ਸੱਟ ਵੱਜਦੀ ਹੈ ਵਿਕਾਰਾਂ ਦੀ, ਸਰੀਰ ਤੇ ਸੱਟ ਵੱਜਦੀ ਹੈ ਹਥਿਆਰਾਂ ਦੀ। ਬਾਹਰ ਸੱਟ ਲੱਗਦੀ ਹੈ ਹਥਿਆਰਾਂ ਨਾਲ, ਅੰਦਰ ਸੱਟ ਵੱਜਦੀ ਹੈ ਵਿਕਾਰਾਂ ਨਾਲ। ਰੋਜ਼ ਰੋਜ਼ ਵਿਕਾਰ ਪ੍ਰਬਲ ਹੋਈ ਜਾਂਦੇ ਨੇ। ਇਸ ਕਰਕੇ ਮਨੁੱਖ ਸਰੀਰ ਨਹੀਂ ਹੈ। ਔਰ ਸਾਧ ਸੰਗਤ ਜਿੰਨੀਆਂ ਜੂਨੀਆਂ ਚੋਂ ਨਿਕਲ ਕੇ ਆਇਆ ਹੈ ਨਾ, ਸਾਰੀਆਂ ਜੁਨੀਆਂ ਦੀਆਂ ਤਰੰਗਾਂ ਇਸ ਦੇ ਅੰਦਰ ਨੇ, ਜਿਹਨੂੰ ਵਾਈਬ੍ਰੇਸ਼ਨ ਆਦਿ ਦੇ ਹਿਸਾਬ ਨਾਲ ਕਹਿ ਸਕਦੇ ਹਾਂ। ਮਨੁੱਖ ਜਿੰਨੀਆਂ ਜੁਨੀਆਂ ਚੋਂ ਨਿਕਲ ਕੇ ਆਇਆ ਹੈ, ਸਾਰੀਆਂ ਦੇ ਸੰਸਕਾਰ ਇਸ ਦੇ ਅੰਦਰ ਨੇ। ਕਈ ਵਾਰੀ ਵੇਖ ਲੈਣਾ ਮਨੁੱਖ ਦੀਆਂ ਹਰਕਤਾਂ ਕਿਸੇ ਨਾ ਕਿਸੇ ਜਾਨਵਰ ਨਾਲ ਮੇਲ ਖਾਂਦੀਆਂ ਹੁੰਦੀਆਂ ਨੇ ਕਈ ਵਾਰ, ਕਿਉਂਕਿ ਸਾਰਿਆਂ ਦੇ ਸੰਸਕਾਰ ਨੇ। ਜਿੰਨੀਆਂ ਬੋਡੀਜ਼ ਚੋਂ ਨਿਕਲ ਕੇ ਆਇਆ ਹੈ, ਹਰੇਕ ਬੋਡੀ ਦੇ ਸੰਸਕਾਰ ਨੇ ਅੰਦਰ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖਾਂ ਨੂੰ ਨਾ ਆਰਾ ਪਾਰ ਦਾ ਪਤਾ ਹੈ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਨਾ ਅਗਲੀ ਸਮਝ ਆਏ ਨਾ ਪਿਛਲੀ ਸਮਝ ਆਏ। ਫਿਰ ਇਹਨੂੰ ਸਮਝ ਲਓ, ਜਿਹਨੂੰ ਨਾ ਅਗਲੀ ਸਮਝ ਆਏ ਨਾ ਪਿਛਲੀ ਸਮਝ ਆਏ, ਉਹ ਨਾ ਸਮਝ ਆਏ। ਕਈ ਵਾਰੀ ਦੁਨੀਆ ਦੇ ਤੌਰ ਤੇ ਮਨੁੱਖ ਬੜਾ ਸਿਆਣਾ ਹੁੰਦਾ ਹੈ, ਪਰ ਗੁਰਬਾਣੀ ਕਹਿੰਦੀ ਗੁਰੂ ਦੇ ਅਨੁਸਾਰ ਅਜੇ ਨਿਆਣਾ ਹੀ ਹੁੰਦਾ ਹੈ, ਅਜੇ ਜੰਮਿਆ ਹੀ ਨਹੀਂ। ਬਾਣੀ ਦੇ ਵਿੱਚ ਜਦੋਂ ਮਹਾਰਾਜ ਸ਼ਬਦ ਵਰਤੇ ਨਾ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਇਆਣੇ ਦਾ ਮਤਲਬ ਹੁੰਦਾ ਬੱਚਾ, ਤੇ ਨਿਰਗੁਣ ਯਾਰ ਜਿਹਦੇ ਵਿੱਚ ਗੁਣ ਕੋਈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਹਜੇ ਬੱਚਾ ਹੈ ਤੂੰ, ਪਰਮਾਤਮਾ ਨੂੰ ਸੰਭਾਲ ਲੈ। ਜਿਹੜੇ ਲੋਕ ਦੁਨੀਆ ਦੇ ਤਲ ਤੇ ਬੜੇ ਸਮਝਦਾਰ ਨੇ, ਪਰਮਾਤਮਾ ਦੇ ਤਲ ਤੇ ਨਾ ਸਮਝ ਨੇ। ਕਈ ਵਾਰੀ ਜਿਹੜੇ ਲੋਕ ਦੁਨੀਆ ਦੇ ਤਲ ਤੇ ਨਾ ਸਮਝ ਨੇ, ਪਰਮਾਤਮਾ ਦੇ ਤਲ ਤੇ ਸਮਝਦਾਰ ਹੀ ਉਹ ਨੇ। ਮੈਂ ਕਈ ਵਾਰੀ ਆਪ ਜੀ ਦੇ ਸਾਹਮਣੇ ਉਦਾਹਰਣ ਦਿੱਤਾ ਹੈ। ਹੁਣ ਇਹ ਜਿਹੜਾ ਮਨੁੱਖ ਹੈ ਨਾ, ਜਿਹੜੇ ਗੁਣ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ, ਇਸ ਮਨੁੱਖ ਨੂੰ ਸਾਰੀ ਦੁਨੀਆ ਨਾ ਸਮਝਦੀ ਹੈ। ਕਿਹੜਾ? ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਜਿਹਦਾ ਘਰ ਟੁੱਟਾ ਹੋਇਆ ਹੋਏ ਉਹਨੂੰ ਕੋਈ ਨਹੀਂ ਭਾਉਂਦਾ ਪੰਚਾਇਤ ਵਿੱਚ, ਨਾ ਉਹਦੀ ਕੋਈ ਸਲਾਹ ਲੈਂਦਾ।
ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਕੱਪੜੇ ਪਾਟੇ ਨੇ। ਜਤ ਨਾ ਪਤ ਨਾ ਆਦਰੋ, ਹੁਣ ਐਸੇ ਮਨੁੱਖ ਨੂੰ ਆਦਰ ਵੀ ਕੌਣ ਦੇਗਾ? ਨਾ ਕੋਈ ਉਹ ਜਾਤ ਹੈ ਤੇ ਨਾ ਕੋਈ ਆਦਰ ਦਿੰਦਾ ਹੈ। ਜਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਜੰਗਲਾਂ ਦੇ ਵਿੱਚ ਘੁੰਮਦਾ ਫਿਰਦਾ ਹੈ। ਮਿੱਤਰ ਨਾ ਇਠ ਧਨ ਰੂਪਹੀਣ, ਨਾ ਧਨ ਹੈ ਤੇ ਰੂਪਹੀਣ ਹੈ। ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਪਰ ਗੁਰੂ ਸਾਹਿਬ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਕਿਤੇ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਹੋਏ ਨਾ, ਫਿਰ ਸਾਹਿਬ ਜੀ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਹੁਣ ਐਸੇ ਇੰਨੇ ਗੁਣ ਜਿਹੜੇ ਗੁਣ ਨੇ ਨਾ, ਜਿਹੜੇ ਅੱਜ ਆਪ ਜੀ ਦੇ ਸਾਹਮਣੇ ਬਿਆਨ ਕੀਤੇ ਨੇ, ਐਸੇ ਮਨੁੱਖ ਨੂੰ ਦੁਨੀਆ ਨਾ ਸਮਝਦਿਆਂ ਨੂੰ ਕਹਿੰਦੇ ਨੇ ਤੂੰ ਦੁਨੀਆ ਤੇ ਕੀ ਕਮਾਇਆ ਹੈ? ਤੂੰ ਦੁਨੀਆ ਤੇ ਕੁਝ ਕਮਾਇਆ ਹੀ ਨਹੀਂ। ਅਕਸਰ ਇਹ ਵੇਖਿਆ ਜਾਂਦਾ ਹੈ, ਕਹਿੰਦੇ ਤੇ ਜੈਸਾ ਆਇਆ ਵੈਸਾ ਹੀ ਚਲਾ ਗਿਆ, ਬਿਨਾ ਕਮਾਈ ਤੋਂ। ਗੁਰਬਾਣੀ ਕਹਿੰਦੀ ਯਾਦ ਰੱਖਿਓ, ਕਿਨ ਹੀ ਵਣਦਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਫਾਰੀ, ਸੰਤੋਹ ਵਣਦਿਆ ਨਾਮ ਗੋਬਿੰਦ ਕਾ ਨਿਭੀ ਖੇਪ ਹਮਾਰੀ। ਕਿਨਾਂ ਨੇ ਚਾਂਦੀ ਨੂੰ ਵਣਦਿਆ, ਸੋਨਿਆਂ ਨੂੰ ਵਣਦਿਆ। ਸੋਨੇ ਦੀ ਵਣਜ ਮਾੜੀ ਨਹੀਂ ਹੈ, ਪਰ ਸਿਰਫ ਸੋਨੇ ਦੀ ਵਣਜ ਮਾੜੀ ਹੈ। ਮੈਂ ਫਿਰ ਬੇਨਤੀ ਕਰਾਂ, ਸੋਨੇ ਦੀ ਵਣਜ ਮਾੜੀ ਨਹੀਂ ਹੈ, ਸੋਨੇ ਦਾ ਵਪਾਰ ਮਾੜਾ ਨਹੀਂ, ਪਰ ਸਿਰਫ ਸੋਨੇ ਦਾ ਵਪਾਰ, ਸਿਰਫ ਉਹ ਮਾੜਾ ਹੈ। ਜਿਸ ਦਿਨ ਪ੍ਰਾਥਮਿਕਤਾ ਸਿਰਫ ਵਪਾਰ ਹੋ ਜਾਏ, ਸਿਰਫ ਜਿਸ ਦਿਨ ਮਨੁੱਖ ਦੀ ਪ੍ਰਾਥਮਿਕਤਾ ਪ੍ਰਾਇਮਰੀ ਜਿਹੜਾ ਕੰਮ ਹੈ, ਜਿਸ ਦਿਨ ਪ੍ਰਾਇਮਰੀ ਸੋਰਸ ਸਿਰਫ ਮਾਇਆ ਬਣ ਗਈ, ਪਰਮਾਤਮਾ ਸੈਕੰਡਰੀ ਬਣ ਗਿਆ, ਉਸ ਦਿਨ ਜ਼ਿੰਦਗੀ ਖਰਾਬ ਹੈ। ਜਿਸ ਦਿਨ ਪਰਮਾਤਮਾ ਪ੍ਰਾਥਮਿਕ ਬਣ ਗਿਆ, ਪ੍ਰਾਇਮਰੀ ਬਣ ਗਿਆ, ਦੁਨੀਆ ਸੈਕੰਡਰੀ ਬਣ ਗਈ, ਸੈਕਿੰਡ ਨੰਬਰ ਤੇ ਆ ਗਈ, ਕਹਿੰਦੇ ਉਸ ਦਿਨ ਯਾਦ ਰੱਖਿਓ, ਉਸ ਦਿਨ ਜ਼ਿੰਦਗੀ ਸਫਲ ਹੈ। ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ, ਮਾਇਆ ਇੱਕ ਸਾਧਨ ਹੈ ਜ਼ਿੰਦਗੀ ਜਿਉਣ ਦਾ, ਪਰ ਜ਼ਿੰਦਗੀ ਨਹੀਂ ਹੈ। ਮਾਇਆ ਪੇਟ ਭਰ ਸਕਦੀ ਹੈ, ਮਨ ਨਹੀਂ ਭਰ ਸਕਦੀ। ਮਾਇਆ ਸਰੀਰ ਨੂੰ ਜੇ ਠੰਡ ਹੈ ਤੇ ਠੰਡ ਤੋਂ ਬਚਾਉਣ ਵਾਸਤੇ ਚੰਗੇ ਹੀਟਰ ਲਗਾ ਸਕਦੀ ਹੈ, ਕੰਬਲ ਦੇ ਸਕਦੀ ਹੈ, ਪਰ ਮਨ ਦੇ ਅੰਦਰ ਜਿਹੜੀ ਠੰਡ ਲੱਗੀ ਹੈ ਨਾ ਸਾਧ ਸੰਗਤ, ਉਹ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ। ਜਿਹੜੀ ਅੰਦਰ ਵਿਕਾਰਾਂ ਦਾ ਜਾਡਾ ਪੈਂਦਾ ਹੈ, ਉਹਨੂੰ ਤੇ ਸਿਰਫ ਰੱਬ ਦਾ ਨਾਂ ਹੀ ਠੰਡਾ ਕਰ ਸਕਦਾ ਹੈ, ਰੱਬ ਦਾ ਨਾਂ ਹੀ ਗਰਮੀ ਦੇ ਸਕਦਾ ਉਹਨੂੰ। ਪਰਮਾਤਮਾ ਦੇ ਨਾਂ ਤੋਂ ਬਿਨਾਂ ਮਨੁੱਖ ਦੇ ਅੰਦਰ ਸ਼ਾਂਤੀ ਨਹੀਂ ਹੈ। ਕਿੰਨੇ ਸੰਕਲਪ ਉੱਠਦੇ ਨੇ, ਕਿੰਨੀਆਂ ਤਰੰਗਾਂ ਉੱਠਦੀਆਂ ਨੇ ਮਨੁੱਖ ਅੰਦਰ। ਮਿੰਟ ਦੇ ਵਿੱਚ ਉਵਾਲਾ ਉੱਠਦਾ ਹੈ ਕਿਸੇ ਨਾ ਕਿਸੇ ਚੀਜ਼ ਦਾ। ਹਰੇਕ ਮਨੁੱਖ ਆਪਣੇ ਮਨ ਤੋਂ ਜਾਣੂ ਹੈ, ਬਹੁਤੀ ਸਮਝਾਉਣ ਦੀ ਲੋੜ ਨਹੀਂ। ਹਰੇਕ ਮਨੁੱਖ ਨੂੰ ਆਪਣੇ ਮਨ ਬਾਰੇ ਪਤਾ ਹੈ। ਜਿਵੇਂ ਅੱਖਾਂ ਨਾਲ ਕੋਈ ਦ੍ਰਿਸ਼ ਵੇਖਦਾ ਹੈ, ਤਨ ਵੇਖਦਾ ਹੈ, ਧਨ ਵੇਖਦਾ ਹੈ, ਰੂਪ ਵੇਖਦਾ ਹੈ, ਇਹਦੇ ਅੰਦਰ ਸੰਕਲਪ ਉੱਠਦੇ ਨੇ। ਫਿਰ ਆਪਣੇ ਮਨ ਦੇ ਤੌਰ ਤੇ ਨਾ ਉਹਨੂੰ ਠੰਡਾ ਕਰਦਾ ਹੈ, ਮਨ ਨੂੰ ਕਹਿੰਦਾ ਮਨਾ ਨਹੀਂ ਇਹ ਗਲਤ ਹੈ, ਲੋਕੀ ਕੀ ਕਹਿਣਗੇ। ਇਹ ਨਹੀਂ ਕਹਿੰਦਾ ਰੱਬ ਕੀ ਕਹੇਗਾ, ਨਹੀਂ, ਲੋਕੀ ਕੀ ਕਹਿਣਗੇ। ਮੈਂ ਕਈ ਵਾਰੀ ਮਸਕੀਨ ਜੀ ਦੀ ਮੈਨੂੰ ਗੱਲ ਯਾਦ ਆਉਂਦੀ ਹੈ, ਉਹ ਕਹਿੰਦੇ ਨੇ ਜਿਹੜਾ ਮਨੁੱਖ ਹਜੇ ਤਾਈਂ ਚੋਰ ਨਹੀਂ ਹੈ, ਇਹਦਾ ਮਤਲਬ ਉਹਨੂੰ ਚੋਰੀ ਦਾ ਮੌਕਾ ਨਹੀਂ ਮਿਲਿਆ। ਜਿਹੜਾ ਹਜੇ ਤਾਈਂ ਉੱਚੇ ਆਚਰਣ ਵਾਲਾ ਹੈ, ਇਹਦਾ ਮਤਲਬ ਉਹਨੂੰ ਨੀਚੇ ਆਚਰਣ ਹੋਣ ਦਾ ਮੌਕਾ ਨਹੀਂ ਮਿਲਿਆ। ਹਰੇਕ ਮਨੁੱਖ ਦੇ ਅੰਦਰ ਵਿਕਾਰ ਛੁਪੇ ਹੋਏ ਨੇ। ਮਨੁੱਖ ਉਦੋਂ ਤਾਈਂ ਇਮਾਨਦਾਰ ਹੈ ਜਦੋਂ ਤਾਈਂ ਬੇਈਮਾਨੀ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸਿੱਖੋ, ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਵਿੱਚ ਰੱਬ ਦਾ ਨਾਂ ਨਹੀਂ ਜਪਿਆ, ਆਪਣੀ ਜ਼ਿੰਦਗੀ ਜੀਭ ਦੇ ਰਸ ਵਿੱਚ, ਕੰਨ ਦੇ ਰਸ ਵਿੱਚ, ਅੱਖਾਂ ਦੇ ਰਸ ਵਿੱਚ ਸਿਰਫ ਗਵਾ ਦਿੱਤੀ ਹੈ, ਉਹਨਾਂ ਬਾਰੇ ਸੋਚਣ ਦੀ ਲੋੜ ਹੁੰਦੀ ਹੈ। ਉਹ ਨਰਕਾਂ ਨੂੰ ਗਏ ਹਨ ਕਿ ਸਵਰਗਾਂ ਨੂੰ ਗਏ ਹਨ। ਸਹਿ ਦਾਸਨ ਕੋ ਧੀਰਜ ਦੀਨ, ਦੀਨ ਮੰਨੇ ਜੋ ਪ੍ਰੇਮ ਪਰਵੀਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੇਵਕਾਂ ਨੂੰ ਧੀਰਜ ਦਿੱਤਾ, ਭਾਈ ਪਾਰੋ ਦੇ ਜਾਣ ਤੇ ਰੋਵੋ ਨਾ। ਉਹ ਤੇ ਹਮੇਸ਼ਾ ਦੀਨ ਰਹਿੰਦੇ ਸਨ, ਹਮੇਸ਼ਾ ਪ੍ਰੇਮ ਵਿੱਚ ਭਿੱਜੇ ਰਹਿੰਦੇ ਸਨ। ਬੀਨ ਸਿੱਖਿਆ ਸਭ ਤੇ ਖਟ ਲੀਨ, ਲੀਨ ਪ੍ਰੇਮ ਮੈਂ ਜਿਨ ਮਨ ਕੀਨ। ਕਹਿੰਦੇ ਸਾਰੇ ਸਿੱਖਾਂ ਤੋਂ ਉਹਨੇ ਪ੍ਰਸੰਨਤਾ ਇਕੱਠੀ ਕੀਤੀ ਹੈ, ਸਾਰੇ ਸਿੱਖਾਂ ਦੇ ਮਨ ਵਿੱਚ ਉਹਨਾਂ ਦੇ ਪ੍ਰਤੀ ਪ੍ਰੇਮ ਹੈ। ਨਾਮ ਮੋਹਰੀ ਛੋਟੈ ਨੰਦਨ, ਨਿਕਟ ਹਕਾਰਿਓ ਕਸ਼ਟ ਨਿਕੰਦਨ। ਕਸ਼ਟ ਨੂੰ ਦੂਰ ਕਰਨ ਵਾਲੇ, ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਅਮਰਦਾਸ ਜੀ, ਉਹਨਾਂ ਨੇ ਆਪਣੇ ਛੋਟੇ ਪੁੱਤਰ
ਬਾਬਾ ਮੋਹਰੀ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਆਨ ਕੀਨ ਤਿਨ ਪਦ ਪਰ ਬੰਦਨ, ਸ੍ਰੀ ਗੁਰ ਪਿਤ ਕੋ ਚਹਿ ਅਭਿਨੰਦਨ। ਉਹਨਾਂ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਹੱਥ ਜੋੜ ਕੇ ਗੁਰੂ ਸਾਹਿਬ ਨੂੰ ਪੁੱਛਦੇ ਨੇ ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਖੱਟਣੀ ਚਾਹੁੰਦੇ ਹਨ। ਪੁੱਤਰ ਬਿਲੋਕਿਓ ਸਥਿਤ ਅਗਾਰੀ, ਖੱਟ ਸੰਗ ਦੇ ਸਿਖ ਗਿਰਾ ਉਚਾਰੀ। ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਪੁੱਤਰ ਨੂੰ ਸਾਹਮਣੇ ਖੜਿਆਂ ਵੇਖਿਆ, ਸੱਚੇ ਪਾਤਸ਼ਾਹ ਆਪਣੇ ਮੁਖ ਦੇ ਵਿੱਚੋਂ ਸੁੰਦਰ ਬਚਨ ਕਹੇ ਹਨ। ਪਾਰੋ ਪਰਮਹੰਸ ਮਮ ਪਿਆਰੋ, ਤਜਿਓ ਸਰੀਰ ਸੋ ਧੀਰ ਸੁਖਾਰੋ। ਕਹਿੰਦੇ ਭਾਈ ਸਾਡਾ ਇੱਕ ਪਿਆਰਾ ਸਿੱਖ ਹੈ ਭਾਈ ਪਾਰੋ, ਜਿਨ੍ਹਾਂ ਨਾਲ ਸਾਡਾ ਬੜਾ ਪ੍ਰੇਮ ਸੀ, ਉਹਨਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਹੈ। ਡੱਲੇ ਗ੍ਰਾਮ ਅਬੇ ਚਲ ਜਾਓ, ਜਤਾ ਜੋਗ ਕਰ ਸਭ ਹਰ ਖਾਓ। ਹੁਣੀ ਡੱਲੇ ਪਿੰਡ ਦੇ ਵਿੱਚ ਜਾਓ ਤੇ ਜਾ ਕੇ ਸਾਰਿਆਂ ਨੂੰ ਪ੍ਰਸੰਨ ਕਰੋ। ਲੋਕਾਂ ਨੂੰ ਉੱਥੇ ਜਾ ਕੇ ਕਹੋ ਭਾਈ ਵਿਰਾਗ ਨਾ ਕਰੋ, ਭਾਈ ਪਾਰੋ ਬੰਦਗੀ ਕਰਕੇ ਗਿਆ ਹੈ ਤੇ ਬੰਦਗੀ ਕਰਨ ਵਾਲਿਆਂ ਦਾ ਨਾਂ ਦੁਨੀਆ ਲੈਂਦੀ ਰਹਿੰਦੀ ਹੈ। ਸੁਨਤ ਮੋਰੀ ਹਵੈ ਕਰ ਤਿਆਰ, ਪਿਤ ਬੰਦੋ ਅਸਵ ਭਾ ਅਸਵਾਰ। ਗੁਰੂ ਪਿਤਾ ਦੀ ਗੱਲ ਸੁਣ ਕੇ, ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਬਾਬਾ ਮੋਹਰੀ ਜੀ ਘੋੜੇ ਤੇ ਸਵਾਰ ਹੋਏ ਅਤੇ ਡੱਲੇ ਪਿੰਡ ਵੱਲ ਚੱਲ ਪਏ ਹਨ। ਸਿੱਖ ਖਸ਼ਟ ਕੋ ਸੰਗ ਮਿਲਾਏ, ਅਪਰਦਾਸ ਗਨ ਬੋਲ ਰਲਾਏ। 6 ਸਿੱਖਾਂ ਨੂੰ ਉਹਨਾਂ ਨੇ ਨਾਲ ਲਿਆ, ਹੋਰ ਵੀ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਨਾਲ ਬੁਲਾ ਲਏ ਹਨ। ਪੰਥ ਉਲੰਘ ਡੱਲੇ ਮਹਿ ਗਏ, ਤਿਨ ਕੇ ਸਦਨ ਪਰਵੇਸ਼ਤ ਭਏ। ਹੌਲੀ ਹੌਲੀ ਸਾਰਾ ਪੈਂਡਾ ਪੂਰਾ ਕਰਕੇ ਡੱਲੇ ਪਿੰਡ ਦੇ ਵਿੱਚ ਪਹੁੰਚ ਗਏ ਹਨ। ਸਭ ਹਨ ਉਠ ਕੀਨੋ ਸਨਮਾਨ, ਬੰਦ ਹੈ ਚਰਨ ਜੋਰ ਜੁਗ ਪਾਨਾ। ਸਾਰੇ ਪਿੰਡ ਦੇ ਲੋਕ ਖੜੇ ਹੋ ਗਏ ਉਹਨਾਂ ਨੂੰ ਵੇਖ ਕੇ ਤੇ ਉਹਨਾਂ ਦਾ ਬੜਾ ਭਾਰੀ ਸਨਮਾਨ ਕੀਤਾ ਹੈ। ਬੈਠ ਜਾਏ ਸਭ ਹਨ ਕੇ ਮਾਹੂ, ਕੁਸਲ ਪ੍ਰਸੰਨ ਕਹਿ ਕਰ ਸਭ ਪਾਹੂ। ਉਹ ਜਾ ਕੇ ਸਾਰਿਆਂ ਦੇ ਵਿੱਚ ਬੈਠ ਗਏ, ਸਾਰਿਆਂ ਨੂੰ ਕੁਸ਼ਲ ਮੰਗਲ ਪੁੱਛਿਆ ਹੈ, ਸਾਰਿਆਂ ਦਾ ਪਿੰਡ ਵਾਸੀਆਂ ਦਾ ਉਹਨਾਂ ਨੇ ਹਾਲ ਚਾਲ ਪੁੱਛਿਆ ਹੈ। ਪਾਰੋ ਕੋ ਸਭ ਕਰੇ ਸਹਾਰਨ, ਜਿਸ ਕੇ ਸੰਸਰ ਦੂਸਰ ਨਾਹਨ। ਸਾਰੇ ਦੇ ਸਾਰੇ ਉਹਨਾਂ ਦੀ ਸ਼ਲਾਘਾ ਕਰਦੇ ਨੇ ਭਾਈ ਪਾਰੋ ਜੀ ਦੀ। ਸਰਾਹਨ ਸਾਧ ਸੰਗਤ ਮੈਂ ਕਈ ਵਾਰੀ ਸੁਣਿਆ, ਪੁਰਾਣੇ ਸਮਿਆਂ 'ਚ ਐਸੇ ਮਨੁੱਖ ਹੋਏ ਨੇ ਜਿਸ ਦਿਨ ਉਹ ਪਿੰਡ 'ਚੋਂ ਗਏ ਨੇ 2-2 ਦਿਨ ਪਿੰਡ ਵਿੱਚ ਰੋਟੀ ਨਹੀਂ ਖਾਧੀ ਕਿਸੇ ਨੇ। ਐਸੇ ਲੋਕ ਵੀ ਹੋਏ ਨੇ ਪਿੰਡ 'ਚ। ਜਿਸ ਦਿਨ ਉਹ ਦੁਨੀਆ ਤੋਂ ਗਏ, ਇੱਕ ਦਿਨ ਲੋਕਾਂ ਆਪਣੇ ਘਰਾਂ 'ਚ ਰੋਟੀਆਂ ਨਹੀਂ ਪਕਾਈਆਂ, ਚੁੱਲ੍ਹੇ ਨਹੀਂ ਬਾਲੇ। ਕਾਰਨ ਕਿਉਂ? ਕਹਿੰਦੇ ਭਾਈ ਬੜਾ ਚੰਗਾ ਸੀ, ਕਦੇ ਕਿਸੇ ਨੂੰ ਮਾੜੀ ਮੱਤ ਨਹੀਂ ਦਿੱਤੀ, ਹਮੇਸ਼ਾ ਸੱਚਾਈ ਤੇ ਤੋਰਿਆ। ਔਰ ਸਾਧ ਸੰਗਤ ਬੜੀ ਵਾਰੀ ਐਸੇ ਵੀ ਮਨੁੱਖ ਹੁੰਦੇ ਨੇ ਜਿਸ ਦਿਨ ਉਹ ਜਾਂਦੇ ਨੇ ਦੁਨੀਆ ਉੱਥੇ ਬੈਠੇ, ਮੈਂ ਪਹਿਲਾਂ ਬੇਨਤੀ ਕੀਤੀ ਹੈ ਰੱਬ ਨਾ ਕਰੇ ਐਸਾ ਔਗਣ ਵੈਸੇ ਮਨੁੱਖ ਨੂੰ ਨਹੀਂ ਚਿਤਾਰਨੇ ਚਾਹੀਦੇ ਕਿਸੇ ਦੇ ਔਗਣ। ਕੋਈ ਔਗਣਾਂ ਦੀ ਗੱਲ ਕਰੇ ਤਾਂ ਵੀ ਕਹਿਣਾ ਚਾਹੀਦਾ ਨਹੀਂ ਭਾਈ ਹੁਣ ਨਾ ਕਹੋ, ਜ਼ਿੰਦਗੀ 'ਚ ਜੋ ਕੀਤਾ ਕੀਤਾ, ਹੁਣ ਤੇ ਕਹੋ ਕੋਈ ਨਹੀਂ ਪਰਮਾਤਮਾ ਭਲਾ ਕਰੇਗਾ। ਇਸ ਕਰਕੇ ਕਦੀ ਵੈਸੇ ਤੇ ਜਾ ਕੇ ਔਗਣ ਨਹੀਂ ਚਿਤਾਰਨੇ ਚਾਹੀਦੇ। ਪਰ ਸਾਧ ਸੰਗਤ ਮਨੁੱਖ ਪਰਮਾਤਮਾ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਅਪਜਸ ਦੇਣਾ ਹੈ ਉਹਨਾਂ ਨੂੰ ਦੇਣਾ ਹੀ ਦੇਣਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਲੜਕੇ ਬਾਬਾ ਮੋਹਰੀ ਜੀ ਉੱਥੇ ਗਏ ਨੇ ਪੁੱਤਰ, ਸਾਰੇ ਜਾ ਕੇ ਉਹਨਾਂ ਸਾਹਮਣੇ ਉਹਨਾਂ ਦੀ ਸ਼ਲਾਘਾ ਕਰਦੇ ਨੇ, ਕਹਿੰਦੇ ਬੜੇ ਹੀ ਚੰਗੇ ਇਨਸਾਨ ਸਨ। ਕੁਲ ਦੀਪਕ ਨਿਜ ਬੰਸ ਉਧਾਰਾ, ਤਨ ਛੂੰਦਤ ਤਜ ਅੰਤ ਪਧਾਰਾ। ਕਹਿੰਦੇ ਨੇ ਬੜਾ ਆਪਣੇ ਵੰਸ਼ ਦਾ ਵੀ ਨਾਮ ਉੱਚਾ ਕੀਤਾ। ਗੁਰਮੁਖ 21 ਕੁਲ ਤਰਾਵੈ, ਆਪਣੇ ਕੁਲਾਂ ਨੂੰ ਵੀ ਤਾਰ ਕੇ ਗਏ, ਆਪਣੇ ਪਿੱਤਰਾਂ ਦਾ ਵੀ ਭਲਾ ਕਰ ਗਏ। ਆਪ ਬੰਦਗੀ ਕੀਤੀ, ਆਪਣਾ ਭਲਾ ਹੋਇਆ, ਆਪਣੇ ਪਰਿਵਾਰ ਦਾ ਭਲਾ ਕੀਤਾ। ਕਹਿੰਦੇ ਅੰਤ ਨੂੰ ਪਰਲੋਕ ਦੇ ਵਿੱਚ ਚਲੇ ਗਏ ਹਨ। ਸੁਨੇ ਮੋਹਰੀ ਤੇ ਸੁਖ ਪਾਇਓ, ਹਾਥ ਜੋਰ ਸਭ ਹੁਣ ਸੁਨਾਇਓ। ਬਾਬਾ ਮੋਹਰੀ ਜੀ ਪਾਸੋਂ ਸੁਣ ਕੇ ਸਾਰਿਆਂ ਨੇ ਸੁੱਖ ਪਾਇਆ,
ਅਤੇ ਸਾਰਿਆਂ ਨੇ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਹੈ। ਸਤਿਗੁਰ ਪੁੱਤਰ ਸੁਨੋ ਤਿਨ ਕੀਨਾ, ਅਧਿਕਾਰੀ ਪਿਖ ਸਭ ਕਿਛ ਦੀਨਾ। ਕਹਿੰਦੇ ਹੈ ਗੁਰੂ ਜੀ ਦੇ ਪੁੱਤਰ, ਆਪ ਜੀ ਨੂੰ ਕਹਿਣਾ ਚਾਹੁੰਦੇ ਆ, ਸਾਰੇ ਪਿੰਡ ਦੇ ਕਹਿੰਦੇ ਨੇ, ਜਿੰਨਾ ਵੀ ਉਹਨਾਂ ਕੋਲ ਸਮਾਨ ਸੀ ਉਹਨਾਂ ਨੇ ਅਧਿਕਾਰੀ ਸਮਝ ਕੇ ਸਾਰਿਆਂ ਨੂੰ ਦੇ ਦਿੱਤਾ ਹੈ। ਸਤਿਗੁਰ ਕਾਰਨ ਜਾਨ ਪਰਬੀਨ, ਬੀਨ ਤੀਨ ਵਸਤੂ ਰਖ ਲੀਨ। ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਉਹਨਾਂ ਨੇ 3 ਵਸਤੂਆਂ ਰੱਖੀਆਂ ਨੇ। ਬੜੀ ਸਮਝਦਾਰੀ ਦੇ ਨਾਲ ਉਹ 3 ਵਸਤੂਆਂ ਕਿਹੜੀਆਂ ਹਨ? ਲੀਨ ਬ੍ਰਿਤੀ ਪਰਮਾਰਥ, ਲੀਨ ਬ੍ਰਿਤੀ ਪਰਮਾਤਮ ਜਾਹੇ, ਜਾਹੇ ਨ ਕਹੂੰ ਆਨੰਦ ਕੇ ਮਾਹੇ। ਜਿਨ੍ਹਾਂ ਨੇ ਪਰਮਾਤਮਾ ਦੇ ਵਿੱਚ ਬਿਰਤੀ ਨੂੰ ਆਪਣੀ ਨੂੰ ਲੀਨ ਕਰ ਰਿਹਾ ਹੈ, ਪ੍ਰਭੂ ਦੇ ਆਨੰਦ ਵਿੱਚ ਜਿਹੜੇ ਮਗਨ ਹੋ ਗਏ ਹਨ। ਸੁੰਦਰ ਚੰਚਲ ਬਲੀ ਸੁਰੰਗਨ, ਵਿਦਤ ਸਬਨ ਮੋਹ ਏਕ ਤੁਰੰਗਨ। ਉਹਨਾਂ ਕੋਲ ਇੱਕ ਸੁੰਦਰ, ਚੰਚਲ ਤੇ ਬਨਵਾਨ ਸ੍ਰੇਸ਼ਟ ਰੰਗ ਵਾਲੀ ਘੋੜੀ ਸੀ। ਜਿਸ ਕੀ ਸਮਤਾ ਕਰੇ ਨ ਕੋਈ, ਸਤਿਗੁਰ ਹੇਤ ਰੱਖੀ ਤਿਨ ਸੋਈ। ਬਾਕੀ ਤੇ ਉਹਨਾਂ ਨੇ ਵੰਡ ਦਿੱਤਾ ਆਪਣੇ ਜਿਉਂਦਿਆਂ ਹੀ। ਆ ਘੋੜੀ ਰੱਖੀ ਹੈ ਤੇ ਕਿਹਾ ਭਾਈ ਜਦੋਂ ਮੈਂ ਦੁਨੀਆ ਤੋਂ ਚਲਾ ਜਾਵਾਂ ਇਹ ਜਿਹੜੀ ਘੋੜੀ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦੇਣੀ ਹੈ। 2 ਵਸਤੂਆਂ ਹੋਰ ਨੇ। ਇੱਥੋਂ ਤਾਈਂ ਦੀ ਕਥਾ ਆਪਾਂ ਸ਼ਰਵਣ ਕਰਾਂਗੇ। ਕੱਲ ਨੂੰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਅੱਗੇ ਪੁੱਤਰ ਨੇ ਉਹ ਇਹ ਕਹਿੰਦੇ ਨੇ ਵੀ ਮੈਂ ਲੱਖ ਰੁਪਈਆ ਕਦੇ ਜ਼ਿੰਦਗੀ 'ਚ ਇਕੱਠਾ ਨਹੀਂ ਵੇਖਿਆ। ਗੁਰੂ ਜੀ ਨੇ ਅੰਤਰਜਾਮੀ ਜਾਣ ਕੇ ਉਹ ਫਿਰ ਉਹਨਾਂ ਨੂੰ ਮਾਇਆ ਜਿਹੜੀ ਹੁੰਦੀ ਹੈ ਉਹਦੇ ਕਿਹੜੇ ਚਲਿੱਤਰ ਨੇ, ਕਿਵੇਂ ਇਕੱਠਾ ਹੋਇਆ ਧਨ ਮਨੁੱਖ ਦੇ ਅੰਤःਕਰਨ ਨੂੰ ਗੰਦਾ ਕਰ ਦਿੰਦਾ ਹੈ, ਅੰਤःਕਰਨ ਨੂੰ ਮਾੜਾ ਕਰਦਾ ਹੈ। ਇਹ ਜਿਹੜੀ ਕਥਾ ਹੈ ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸ਼ਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਜਿੰਨੇ ਜੀ ਸਤ ਸੰਗਤ ਵਿੱਚ ਚੱਲ ਕੇ ਆਉਂਦੇ ਹੋ ਸਭਨਾਂ ਨੂੰ ਦੇਹ ਅਰੋਗਤਾ ਇਵੇਂ ਹੀ ਉਦਮ ਬਖਸ਼ਣ, ਤਾਂ ਜੋ ਆਪ ਸਮੇਂ ਸਿਰ ਆ ਕੇ ਆਪਣੇ ਸੀਮਿਤ ਸਮੇਂ ਦੇ ਵਿੱਚ ਅਸੀਮ ਪਰਮਾਤਮਾ ਦੇ ਵਿੱਚ ਅਭੇਦ ਹੋਣ ਲਈ ਪਰਮਾਤਮਾ ਦੀ ਬੰਦਗੀ ਤੇ ਸਤ ਸੰਗਤ ਕਰ ਜਾਈਏ। ਕਿਉਂਕਿ ਸਾਧ ਸੰਗਤ ਮਨੁੱਖ ਕੋਲ ਸੀਮਿਤ ਸਮਾਂ ਹੈ ਪਰ ਪਹੁੰਚਣਾ ਉਹਨੇ ਅਸੀਮ ਵਿੱਚ ਹੈ। ਸਮਾਂ ਸੀਮਿਤ ਹੈ ਪਰ ਜਿੱਥੇ ਪਹੁੰਚਣਾ ਹੈ ਉਹ ਅਸੀਮ ਹੈ, ਉਹਦੇ ਵਿੱਚ ਅਭੇਦ ਹੋਣਾ ਹੈ। ਸੀਮਿਤ ਸਵਾਸਾਂ ਦੇ ਵਿੱਚ ਪਰਮਾਤਮਾ ਦੀ ਬੰਦਗੀ ਵਿੱਚ ਮਨੁੱਖ ਲੀਨ ਹੋ ਸਕੇ, ਇਹੀ ਇਹਦਾ ਪ੍ਰਯੋਜਨ ਹੈ ਔਰ ਇਹੀ ਇਹਦੀ ਵਾਰੀ ਹੈ। ਇਹ ਅੰਤਮ ਵਾਰੀ ਮਨੁੱਖ ਨੂੰ ਮਿਲੀ ਹੋਈ ਹੈ। ਹਮੇਸ਼ਾ ਬੰਦਗੀ ਕਰੀਏ। ਬੰਦਗੀ ਕਰਦਿਆਂ ਸਾਧ ਸੰਗਤ ਜਿਹੜੇ ਦੁਨਿਆਵੀ ਪਦਾਰਥ ਨੇ ਇਹ ਵੈਸੇ ਹੀ ਮਨੁੱਖ ਦੇ ਨਾਲ ਚੱਲ ਪੈਂਦੇ ਨੇ। ਦੁਨਿਆਵੀ ਪਦਾਰਥ ਤੇ ਕਦੀ ਆਉਂਦੇ ਨੇ ਕਦੇ ਜਾਂਦੇ ਰਹਿੰਦੇ ਨੇ, ਸਾਰਿਆਂ ਨਾਲ ਹੀ ਇਵੇਂ ਹੈ। ਕਿਸੇ ਕੋਲ ਆ ਗਏ ਨੇ, ਕਿਸੇ ਕੋਲ ਚਲੇ ਗਏ ਨੇ। ਰੱਬ ਨੇ ਕਿਸੇ ਤੋਂ ਚੁੱਕਣਾ ਹੈ ਦੂਜੇ ਨੂੰ ਦੇ ਦੇਣਾ। ਵੇਖੋ ਸੜਕ ਤੇ ਮਨੁੱਖ ਜਾਂਦਾ ਹੋਇਆ ਜਾਂ ਨਾ, ਕਿਸੇ ਦਾ ਬਟਵਾ ਡਿੱਗ ਜਾਏ, ਇੱਕ ਦਾ ਡਿੱਗਿਆ ਦੂਜੇ ਨੂੰ ਲੱਭ ਗਿਆ, ਪਰਮਾਤਮਾ ਨੇ ਉੱਤੋਂ ਫੜਿਆ ਉਹਨੂੰ ਫੜਾ ਦਿੱਤਾ। ਐਵੇਂ ਕਰਦਾ ਉਹ, ਰੋਜ਼ ਉਧਰੋਂ ਫੜੀ ਜਾਂਦਾ, ਦੂਜੇ ਨੂੰ ਦੇ ਦਿੰਦਾ, ਦੂਜੇ ਤੋਂ ਲੈਂਦਾ, ਤੀਜੇ ਨੂੰ ਦੇ ਦਿੰਦਾ। ਇਹ ਕੰਮ ਉਹ ਸਾਰਾ ਦਿਨ ਹੀ ਕਰੀ ਜਾਂਦਾ ਹੈ। ਬੁੱਧੀ ਕਿਸੇ ਦੀ ਚੱਲਣ ਨਹੀਂ ਦੇ ਰਿਹਾ, ਕਰਦਾ ਉਹ ਆਪਣੀ ਆਈ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਰ ਰਿਹਾ। ਉਹਦੀ ਖੁਸ਼ੀ ਦੇ ਪਾਤਰ ਬਣੀਏ, ਬੰਦਗੀ ਕਰਕੇ ਉਹਦੇ ਖੁਸ਼ੀ ਦੇ ਪਾਤਰ ਬਣ ਕੇ ਉਹਦੀ ਕਿਰਪਾ ਦੇ ਪਾਤਰ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।